बिस्मिल्लाहिर्रहमानिर्रहीम अस्सलाम वालेकुम वरहमतुल्लाह। कोई दो मियाँ बीवी सन ते ਉਹ ਕਿਤੇ ਸ਼ਾਦੀ ਤੇ ਚਲੇ ਗਏ। ਉਹ ਹਾਲ ਦੇ ਵਿੱਚ ਉਹਨਾਂ ਪ੍ਰੋਗਰਾਮ ਕੀਤਾ ਸੀ, ਉੱਥੋਂ ਖਾਣਾ ਖੁਣਾ ਉਹਨਾਂ ਖਾਧਾ ਤੇ ਖਾਣਾ ਖਾ ਕੇ ਤੇ ਦੋਵੇਂ ਮੀਆਂ ਬੀਵੀ ਹਾਲ ਦੇ ਵਿੱਚੋਂ ਬਾਹਰ ਨਿਕਲਦੇ ਨੇ ਪਏ ਤੇ ਹਾਲ ਦੇ ਦਰਵਾਜ਼ੇ ਦੇ ਅੱਗੇ ਨਿਮਦਰੇ ਵਾਲੇ ਬੈਠੇ ਨੇ। ਉੱਥੇ ਜਿਹੜਾ ਬੰਦਾ ਅੰਦਰੋਂ ਖਾਣਾ ਖਾ ਕੇ ਨਿਕਲਦਾ ਹੈ ਤੇ ਉਹ ਆਪਣੇ ਵਰਤੋਂ ਵਿਹਾਰ ਦੇ ਮੁਤਾਬਕ ਜਿੰਨਾ ਕੁ ਉਸ ਘਰ ਵਾਲਿਆਂ ਵਰਤਿਆ ਹੁੰਦਾ ਹੈ ਉਹਦੇ ਮੁਤਾਬਕ ਉਹ ਨਿਮਦਰਾ ਪਾ ਕੇ ਤੇ ਜਾ ਰਿਹਾ ਸੀ। ਇਹ ਮੀਆਂ ਬੀਵੀ ਦੇਖਦੇ ਨੇ ਪਏ, ਇਹਨਾਂ ਨੇ ਵੇਖਿਆ ਵੀ ਕੋਈ ਆਦਮੀ 5000 ਰੁਪਇਆ ਨਿਮਦਰਾ ਪਾ ਰਿਹਾ ਹੈ, ਕੋਈ 10 ਪਾ ਰਿਹਾ ਹੈ, ਕੋਈ 20 ਪਾ ਰਿਹਾ ਹੈ। ਜਿਹੜੇ ਬੰਦੇ ਨਿਮਦਰਾ ਲੈਂਦੇ ਹੀ ਪਏ ਉਹਨਾਂ ਕੋਲ ਕਾਫੀ ਜ਼ਿਆਦਾ ਪੈਸੇ ਜਮ੍ਹਾਂ ਹੁੰਦੇ ਜਾਂਦੇ ਸੀ। ਇਹ ਜਿਹੜੇ ਮੀਆਂ ਬੀਵੀ ਸੀ ਇਹ ਵੇਖ ਕੇ ਤੇ ਬੜੇ ਖੁਸ਼ ਹੋ ਰਹੇ ਨੇ ਤੇ ਇਹਨਾਂ ਦੇ ਮੂੰਹ ਦੇ ਵਿੱਚ ਵੀ ਪਾਣੀ ਆਉਂਦਾ ਹੈ ਪਿਆ। ਉਹ ਮਾਹੌਲ ਵੇਖ ਕੇ ਤੇ ਉਵੇਂ ਬਾਹਰ ਆ ਗਏ ਤੇ ਵਾਪਸੀ ਕਰ ਦਿੱਤੀ। ਰਸਤੇ ਦੇ ਵਿੱਚ ਇਹਨਾਂ ਦੋਵਾਂ ਨੇ ਮਸ਼ਵਰਾ ਕੀਤਾ ਵੀ ਆਪਾਂ ਵੀ ਮੁੰਡਾ ਮੰਗਿਆ ਤੇ ਜਾ ਕੇ ਤੇ ਕੁੜੀ ਵਾਲਿਆਂ ਨੂੰ ਆਖੀਏ ਵੀ ਸਾਨੂੰ ਦਿਨ ਦਿਓ। ਤੇ ਦੇਖੋ ਨਾ ਕਿੰਨਾ ਕਿੰਨਾ ਲੋਕ ਨਿਮਦਰਾ ਪਾਉਂਦੇ ਨੇ ਪਏ ਤੇ ਕਿੰਨੇ ਪੈਸੇ ਇਕੱਠੇ ਹੋ ਗਏ ਨੇ ਤੇ ਆਪਾਂ ਵੀ ਪੈਸੇ ਇਕੱਠੇ ਕਰੀਏ, ਕੁਝ ਖਰਚਾ ਹੋ ਜਾਏਗਾ, ਬਾਕੀ ਜਿਹੜੇ ਪੈਸੇ ਮਿਲਦੇ ਉਹਨਾਂ ਨਾਲ ਕੋਈ ਕਾਰੋਬਾਰ ਸ਼ੁਰੂ ਕਰ ਲਵਾਂਗੇ। ਇਵੇਂ ਮਸ਼ਵਰਾ ਕਰਦੇ ਆਉਂਦੇ ਨੇ ਤੇ ਘਰ ਪਹੁੰਚ ਜਾਂਦੇ ਨੇ। ਘਰ ਆਣ ਕੇ ਰਾਤ ਸੁੱਤੇ ਨੇ, ਸਵੇਰ ਉੱਠ ਕੇ ਤੇ ਦੋਵੇਂ ਮੀਆਂ ਬੀਵੀ ਤਿਆਰ ਹੋ ਗਏ ਨੇ ਤੇ ਕੁੜੀ ਵਾਲਿਆਂ ਦੇ ਘਰ ਚਲੇ ਗਏ ਨੇ ਤੇ ਜਾ ਕੇ ਉਹਨਾਂ ਨੂੰ ਆਂਦੇ ਵੀ ਅਸੀਂ ਮੀਆਂ ਹੁਣ ਮੁੰਡਾ ਵਿਆਹਣਾ ਹੈ ਤੇ ਸਾਨੂੰ ਦਿਨ ਦਿਓ। ਕੁੜੀ ਵਾਲਿਆਂ ਨੇ ਕਿਹਾ ਵੀ ਅਸੀਂ ਅਜੇ ਤਿਆਰ ਨਹੀਂ ਦੇ ਤੇ ਕੁਝ ਦੇਰ ਤੁਹਾਨੂੰ ਰੁਕਣਾ ਪੈਗਾ ਤੇ ਇੰਤਜ਼ਾਰ ਕਰੋ। ਉਹਨਾਂ ਕਿਹਾ ਵੀ ਸਾਡੇ ਕੋਲ ਇੰਤਜ਼ਾਰ ਨਹੀਂ ਹੁੰਦਾ, ਅਸੀਂ ਜਲਦੀ ਜਲਦੀ ਮੁੰਡਾ ਵਿਆਹਣਾ। ਕੁੜੀ ਵਾਲਿਆਂ ਦੇ ਸਿਰ ਅੱਗੇ ਹੀ ਨੀਵੇਂ ਹੁੰਦੇ ਨੇ। ਉਹਨਾਂ ਕਿਹਾ ਵੀ ਚਲੋ ਠੀਕ ਹੈ, ਜੇ ਤੁਸੀਂ ਇੰਤਜ਼ਾਰ ਨਹੀਂ ਕਰਦੇ ਤੇ ਇਹ ਜੁਮਾ ਛੱਡ ਕੇ ਤੇ ਅਗਲੇ ਜੁਮੇ ਤੁਸੀਂ ਬਰਾਤ ਲੈ ਕੇ ਆ ਜਾਓ। ਇਹ ਮੀਆਂ ਬੀਵੀ ਚਾਈ ਚਾਈ ਘਰ ਆ ਗਏ ਤੇ ਆਣ ਕੇ ਤੇ ਮਸ਼ਵਰਾ ਕਰਨ ਲੱਗ ਪਏ ਵੀ ਹੁਣ ਇਨਸ਼ਾਅੱਲਾ ਆਪਾਂ ਨੂੰ ਨਿਮਦਰਾ ਕਾਫੀ ਇਕੱਠਾ ਹੋਵੇਗਾ ਤੇ ਆਪਾਂ ਉਹ ਪੈਸੇ ਨੇ ਜਿਹੜੇ ਉਹਨਾਂ ਨਾਲ ਕੋਈ ਕਾਰੋਬਾਰ ਚਲਾਵਾਂਗੇ। ਬੀਵੀ ਕਹਿਣ ਲੱਗੀ ਵੀ ਆਪਾਂ ਸਾਰਿਆਂ ਨੂੰ ਜਿਹੜਾ ਕਹਿ ਦਈਏ ਜਿਨ੍ਹਾਂ ਜਿਨ੍ਹਾਂ ਨੂੰ ਬੁਲਾਉਣਾ ਹੈ। ਉਸ ਬੀਵੀ ਨੇ ਆਪਣੀਆਂ ਸਹੇਲੀਆਂ ਨੂੰ ਵੀ ਬੁਲਾ ਲਿਆ ਤੇ ਜਿਹੜੀਆਂ ਸਹੇਲੀਆਂ ਦੀਆਂ ਸਹੇਲੀਆਂ ਨੇ ਉਹਨਾਂ ਨੂੰ ਵੀ ਬੁਲਾ ਲਿਆ। ਜਿਹੜੇ ਮੀਆਂ ਸਾਹਿਬ ਸਨ ਉਹਨਾਂ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਤੇ ਜਿਹੜੇ ਦੋਸਤਾਂ ਦੇ ਦੋਸਤ ਸੀ ਉਹਨਾਂ ਨੂੰ ਵੀ ਬੁਲਾ ਲਿਆ। ਮਕਸਦ ਇਹ ਸੀ ਵੀ ਸਾਰੇ ਲੋਕ ਇਕੱਠੇ ਹੋਣਗੇ ਤੇ ਚੰਗਾ ਅੱਛਾ ਨਿਮਦਰਾ ਇਕੱਠਾ ਹੋਵੇਗਾ। ਜਿੰਨੇ ਜ਼ਿਆਦਾ ਲੋਕ ਬੁਲਾਏ ਜਾਣਗੇ ਉਹਨਾਂ ਨਿਮਦਰਾ ਵੀ ਜ਼ਿਆਦਾ ਹੋਵੇਗਾ। ਇਹਨਾਂ ਇਹ ਮਸ਼ਵਰਾ ਕੀਤਾ ਵੀ ਆਪਾਂ ਸਾਰਿਆਂ ਨੂੰ ਬੁਲਾ ਤਾਂ ਲਿਆ ਤੇ ਹੁਣ ਇਹਨਾਂ ਨੂੰ ਖਵਾਉਣਾ ਕੀ ਹੈ। ਬੀਵੀ ਨੇ ਕਿਹਾ ਵੀ ਇਹ ਦੇਖ ਆਪਣੇ ਸਾਹਮਣੇ ਆ ਭੜੋਲਾ ਹੈ ਆਪਣਾ ਦਾਣਿਆਂ ਦਾ, ਇਹਨੂੰ ਪਿਆਣੇ ਆ ਤੇ ਨਾਲ ਜਿਹੜਾ ਆਪਾਂ ਦੁਕਾਨਦਾਰ ਨਾਲ ਗੱਲ ਕਰ ਲੈਂਦੇ ਆ, ਉਹਦੇ ਕੋਲੋਂ ਸਮਾਨ ਚੁੱਕ ਲਵਾਂਗੇ। ਇਹਨਾਂ ਕਿਹਾ ਵੀ ਠੀਕ ਹੈ। ਇਹ ਚੱਕੀ ਵਾਲਿਆਂ ਦੇ ਕੋਲ ਗਏ ਤੇ ਚੱਕੀ ਵਾਲਿਆਂ ਨੂੰ ਕਹਿੰਦੇ ਵੀ ਅਸੀਂ ਨਾ ਦਾਣੇ ਪਿਆਉਣੇ ਨੇ। ਉਸਨੇ ਕਿਹਾ ਵੀ ਠੀਕ ਹੈ, ਮੈਂ ਦਾਣੇ ਪੀਵਣ ਵਾਸਤੇ ਬੈਠਾ ਤੇ ਦਾਣੇ ਤੁਸੀਂ ਪਿਆਓ। ਉਹਨਾਂ ਕਿਹਾ ਵੀ 1-2 ਮਣ ਦਾਣੇ ਨਹੀਂ ਪਿਆਉਣੇ, ਅਸੀਂ ਪੂਰਾ ਭੜੋਲਾ ਦਾਣਿਆਂ ਦਾ ਪਿਆਉਣਾ। ਤੇ ਉਸਨੇ ਕਿਹਾ ਵੀ ਤੁਹਾਨੂੰ ਕੀ ਜਿਹੜਾ ਜ਼ਰੂਰਤ ਪੈ ਗਈ ਹੈ, ਇੰਨਾ ਘਣਾ ਆਟਾ ਆਪਾਂ ਕੀ ਕਰਨਾ। ਉਹਨਾਂ ਕਿਹਾ ਵੀ ਅਸੀਂ ਜਿਹੜਾ ਮੁੰਡੇ ਦੀ ਸ਼ਾਦੀ ਕਰਨੇ ਆ ਪੈ। ਉਹਨਾਂ ਕਿਹਾ ਠੀਕ ਹੈ, ਤੁਸੀਂ ਜਿੰਨੇ ਮਰਜ਼ੀ ਦਾਣੇ ਜਿਹੜੇ ਨੇ ਪਿਆਓ। ਤੇ ਚੱਕੀ ਵਾਲਿਆਂ ਨੇ ਪੁੱਛਿਆ ਵੀ ਪੈਸੇ ਕਦੋਂ ਮਿਲਣਗੇ। ਉਹਨਾਂ ਕਿਹਾ ਜੀ ਇਹ ਜੁਮਾ ਛੱਡ ਕੇ ਤੇ ਅਗਲੇ ਜੁਮੇ ਤੁਹਾਨੂੰ ਪੈਸੇ ਮਿਲ ਜਾਣਗੇ। ਫਿਰ ਉਹ ਦੁਕਾਨਦਾਰ ਕੋਲ ਚਲੇ ਗਏ ਤੇ ਉਹਨੂੰ ਜਾ ਕੇ ਕਹਿੰਦੇ ਵੀ ਸਾਨੂੰ ਦਾਲ ਚਾਹੀਦੀ ਹੈ। ਉਹਨੇ ਕਿਹਾ ਵੀ ਠੀਕ ਹੈ, ਦਾਲ ਤੁਹਾਨੂੰ ਮਿਲ ਜਾਏਗੀ। ਇਹਨਾਂ ਕਿਹਾ ਵੀ ਦਾਲ ਹੀ ਨਹੀਂ ਇਕੱਲੀ ਚਾਹੀਦੀ, ਸਾਨੂੰ ਮਸਾਲਾ ਜਾਤ ਵੀ ਚਾਹੀਦੇ ਨੇ। ਉਹਨਾਂ ਕਿਹਾ ਵੀ ਠੀਕ ਹੈ, ਮਸਾਲਾ ਜਾਤ ਵੀ ਮਿਲ ਜਾਣਗੇ। ਉਹਨੇ ਕਿਹਾ ਵੀ ਪੈਸੇ। ਇਹਨਾਂ ਨੇ ਕਿਹਾ ਵੀ ਪੈਸੇ ਤੁਹਾਨੂੰ ਇਹ ਜੁਮਾ ਛੱਡ ਕੇ ਤੇ ਅਗਲੇ ਜੁਮੇ ਪੈਸੇ ਮਿਲ ਜਾਣਗੇ। ਅਸੀਂ ਮੁੰਡੇ ਦੀ ਸ਼ਾਦੀ ਪਾ ਕਰਨੇ ਅਗਲੇ ਜੁਮੇ ਤੇ ਪੈਸੇ ਇਕੱਠੇ ਹੋਣਗੇ, ਉਹਦੇ ਵਿੱਚੋਂ ਤੈਨੂੰ ਵੀ ਪੈਸੇ ਦੇਵਾਂਗੇ। ਉਹ ਲੋ ਜੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੇ ਉਹ ਅਗਲਾ ਜੁਮਾ ਜਿਹੜਾ ਸੀ ਨਾ, ਇੱਕ ਜੁਮਾ ਛੱਡ ਕੇ ਅਗਲਾ ਜੁਮਾ ਵੀ ਆ ਗਿਆ ਜਿਸ ਦਿਨ ਸ਼ਾਦੀ ਸੀ। ਲੋਕ ਆ ਗਏ, ਜਿਹੜੇ ਭੈਣਾਂ ਭਰਾ ਸੀ ਉਹ ਵੀ ਆ ਗਏ, ਰਿਸ਼ਤੇਦਾਰ ਆ ਗਏ, ਦੋਸਤ ਵੀ ਆ ਗਏ, ਦੋਸਤਾਂ ਦੇ ਦੋਸਤ ਵੀ ਆ ਗਏ।
ਇਹਨਾਂ ਨੇ ਉਹ ਜਿਹੜੀ ਦਾਲ ਦੁਕਾਨਦਾਰ ਕੋਲ ਲਈ ਸੀ, ਉਹਨੂੰ ਵਾਹਵਾ ਖੁੱਲੇ ਜਿਹੇ ਪੈਮਾਨੇ ਤੇ ਪਕਾ ਲਿਆ, ਤੇ ਜਿਹੜਾ ਆਟਾ ਸੀ ਉਸ ਆਟੇ ਸਾਰੇ ਦੀਆਂ ਰੋਟੀਆਂ ਬਣਵਾ ਲਈਆਂ। ਹੁਣ ਪ੍ਰੀ ਜਿਹੜੀ ਏ ਉਹ ਸ਼ੁਰੂ ਹੋ ਗਈ, ਸਾਰੇ ਜਿਹੜੇ ਸੀ ਉਹ ਖਾਣਾ ਖਾਣ ਵਾਸਤੇ ਬੈਠ ਗਏ, ਤੇ ਸਾਰਿਆਂ ਨੂੰ ਜਿਹੜਾ ਨਾ ਉਹ ਦਾਲ ਪਾ ਕੇ ਦੇ ਦਿੱਤੀ, ਨਾਲ ਰੋਟੀਆਂ ਦਿੱਤੀ ਜਾਣ। ਉਹ ਜਿਵੇਂ ਘਰ ਦਾ ਜਿਹੜਾ ਸਰਬਰਾਹ ਹੁੰਦਾ ਹੈ, ਉਹ ਜਦੋਂ ਮਹਿਮਾਨ ਖਾਣਾ ਖਾਣ ਲੱਗ ਪੈਂਦੇ ਨੇ, ਤੇ ਉਹ ਵਿੱਚ ਲਗਾ ਫਿਰਦਾ ਹੈ, ਉਹ ਪੁੱਛਦਾ ਹੈ ਵੀ ਕੋਈ ਸ਼ੈ ਤਾਂ ਨਹੀਂ ਚਾਹੀਦੀ। ਇਵੇਂ ਇਹ ਜਿਹੜੇ ਮੀਆਂ ਸਾਹਿਬ ਨੇ ਇਹ ਵੀ ਵਿੱਚ ਟੁਰੇ ਫਿਰਦੇ ਨੇ, ਤੇ ਨਾਲ ਕਹਿੰਦੇ ਫਿਰਦੇ ਨੇ, ਮੀਆਂ ਸਾਹਿਬ ਇਹ ਸਾਡੀ ਦਾਲ ਵੀ ਗੋਸ਼ਤ ਦੀ ਸਮਝੋ ਜੇ। ਅੱਗੇ ਜਾ ਕੇ ਫਿਰ ਕਹਿ ਦੇਣਾ, ਇਹ ਸਾਡੀ ਦਾਲ ਵੀ ਗੋਸ਼ਤ ਸਮਝੋ ਜੀ। ਉਹ ਜਿੰਨੇ ਮਹਿਮਾਨ ਜਿਹੜੇ ਸੀ ਉਹ ਖਾਣਾ ਖਾਂਦੇ ਸੀ ਪਏ, ਉਹਨਾਂ ਸਾਰਿਆਂ ਦੇ ਕੰਨ ਦੇ ਵਿੱਚ ਇਹ ਆਵਾਜ਼ ਪੈ ਗਈ ਵੀ ਮੀਆਂ ਸਾਹਿਬ ਕਹਿ ਰਹੇ ਨੇ, ਇਹ ਸਾਡੀ ਦਾਲ ਵੀ ਗੋਸ਼ਤ ਹੀ ਸਮਝਿਆ ਜੇ। ਔਰਤਾਂ ਵਾਲੇ ਪਾਸੇ ਜਿਹੜੀ ਬੀਬੀ ਸੀ, ਉਹ ਵੀ ਇਸ ਤਰ੍ਹਾਂ ਹੀ ਕਰਦੀ ਸੀ ਪਈ। ਉਹ ਵੀ ਕਹਿ ਰਹੀ ਸੀ, ਨਹੀਂ ਭੈਣ, ਇਹ ਸਾਡੀ ਦਾਲ ਵੀ ਗੋਸ਼ਤ ਹੀ ਸਮਝੋ ਜੇ। ਲੋ ਜੀ, ਜਦੋਂ ਖਾਣਾ ਸਾਰਾ ਮੁਕੰਮਲ ਹੋ ਗਿਆ, ਤੇ ਸਾਰੇ ਲੋਕ ਭੈਣਾਂ ਭਾਈ ਜਿਹੜੇ ਸੀ ਉੱਠ ਬੈਠੇ ਤੇ ਬਾਹਰ ਆ ਗਏ। ਇਹਨਾਂ ਮੀਆਂ ਬੀਵੀ ਨੇ ਜਿਹੜੇ ਬੰਦੇ ਦੀ ਡਿਊਟੀ ਲਾਈ ਸੀ ਨਿਮਦਰਾ ਲਿਖਣ ਵਾਸਤੇ, ਉਹਨਾਂ ਕੋਲ ਵਾਵਾ ਕੋ ਐਡੀ ਲੰਮੀ ਬੰਦੀ ਤੇ ਨਾਲ ਪੈਨਸਲ ਤੇ ਇੱਕ ਥਾਲ ਜਿਹਦੇ ਵਿੱਚ ਨਾ ਥੋੜੇ ਕੱਚੇ ਚਾਵਲ ਪਾ ਦਿੰਦੇ ਨੇ, ਵਿੱਚ ਉਹ ਜਿਹੜੀ ਹੈ ਨਾ ਨੋਟਬੁੱਕ ਜਿਹਨੂੰ ਬੰਦੀ ਆਂਦੇ ਨੇ ਉਹ ਰੱਖ ਦਿੱਤੀ, ਨਾਲ ਪੈਨਸਲ ਰੱਖ ਦਿੱਤੀ। ਲਿਖਣ ਵਾਲਾ ਬੰਦਾ ਬਹਿ ਗਿਆ। ਹੁਣ ਉੱਥੋਂ ਇੱਕ ਸਿਆਣਾ ਜਿਹਾ ਬੰਦਾ ਨਾ ਜਿਹੜਾ ਅੱਗੇ ਹੁੰਦਾ ਹੈ, ਉਹਨੇ ਨਾ ਇੱਕ ਕੱਖ ਚੁੱਕਿਆ ਤੇ ਉਹ ਪਰਾਤ ਦੇ ਵਿੱਚ ਰੱਖ ਦਿੱਤਾ, ਤੇ ਕਹਿੰਦਾ, ਲੋ ਜਨਾਬ, ਇਹ ਸਾਡਾ ਕੱਖ ਵੀ ਲੱਖ ਹੀ ਸਮਝਿਆ ਜੇ। ਇਸ ਤਰ੍ਹਾਂ ਕਰਕੇ ਉਹ ਚਲਾ ਗਿਆ। ਉਹਨੂੰ ਵੇਖ ਕੇ ਦੂਸਰੇ ਨੇ ਵੀ ਉਹ ਕੱਖ ਚੁੱਕਿਆ ਤੇ ਪਰਾਤ ਦੇ ਵਿੱਚ ਰੱਖ ਦਿੱਤਾ, ਨਾਲ ਕਿਹਾ ਵੀ ਇਹ ਸਾਡਾ ਕੱਖ ਵੀ ਲੱਖ ਹੀ ਸਮਝਿਆ ਜੇ। ਇਵੇਂ ਸਾਰੇ ਜਿਹੜੇ ਭੈਣਾਂ ਜਿਹੜੇ ਸਾਰੇ ਭਾਈ ਸੀ, ਮਹਿਮਾਨ ਸੀ ਸਾਰੇ ਜਿਹੜੇ, ਉਹਨਾਂ ਇਵੇਂ ਹੀ ਕੀਤਾ ਵੀ ਇੱਕ ਇੱਕ ਕੱਖ ਚੁੱਕ ਕੇ ਤੇ ਉੱਥੇ ਪਰਾਤ ਦੇ ਵਿੱਚ ਰੱਖੀ ਜਾਂਦੇ ਨੇ, ਤੇ ਨਾਲ ਇਹ ਕਹਿੰਦੇ ਨੇ ਵੀ ਇਹ ਸਾਡਾ ਕੱਖ ਵੀ ਲੱਖ ਹੀ ਸਮਝਿਆ ਜੇ। ਇਸ ਤਰ੍ਹਾਂ ਔਰਤਾਂ ਵਾਲੇ ਪਾਸੇ ਜਿਹੜੀਆਂ ਬੀਬੀਆਂ ਨੇ, ਉਹ ਵੀ ਇਸ ਤਰ੍ਹਾਂ ਹੀ ਕੱਖ ਚੁੱਕਦੀਆਂ ਨੇ ਤੇ ਉੱਥੇ ਪਰਾਤ 'ਚ ਰੱਖ ਦਿੰਦੀਆਂ ਨੇ, ਤੇ ਕਹਿੰਦੀਆਂ ਨੇ ਸਾਡਾ ਕੱਖ ਵੀ ਲੱਖ ਹੀ ਸਮਝਿਆ ਜੇ। ਐਂਡ ਹੋ ਗਿਆ, ਕੋਈ ਪੈਸਾ ਇਕੱਠਾ ਨਹੀਂ ਹੋਇਆ, ਤੇ ਇੱਕ ਇੱਕ ਪੰਡ ਪੂਰੀ ਜਿਹੜੀ ਹੈ ਨਾ ਉਹ ਕੱਖਾਂ ਦੀ ਬਣ ਗਈ। ਬੰਦਿਆਂ ਵਾਲੇ ਪਾਸੇ ਵੀ ਬਣ ਗਈ, ਔਰਤਾਂ ਵਾਲੇ ਪਾਸੇ ਵੀ ਬਣ ਗਈ। ਹੁਣ ਸ਼ਾਮਾਂ ਪੈ ਗਈਆਂ, ਘਰ ਆ ਗਏ। ਹੁਣ ਰਾਤ ਜਿਹੜਾ ਪਰੇਸ਼ਾਨ ਹੋ ਕੇ ਤੇ ਬੈਠੇ ਨੇ। ਉਹ ਚੱਕੀ ਵਾਲਾ ਬੰਦਾ ਆਇਆ, ਉਹਨੇ ਆਣ ਕੇ ਕੁੰਡੀ ਖੜਕਾਈ, ਉਹਨੇ ਕਿਹਾ ਵੀ ਤੁਹਾਡਾ ਮੀਆਂ ਸਾਹਿਬ ਵਿਆਹ ਮੁਕੰਮਲ ਹੋ ਗਿਆ ਹੈ, ਤੇ ਮੈਨੂੰ ਆਟੇ ਦੀ ਪਿਆਈ ਦਿਓ। ਉਹਨਾਂ ਕਿਹਾ ਵੀ ਸਾਡੇ ਨਾਲ ਤਾਂ ਇਸ ਤਰ੍ਹਾਂ ਹੋਈ ਹੈ, ਕਿਸੇ ਬੰਦੇ ਨੇ ਨਿਮਦਰਾ ਪਾਇਆ ਹੀ ਨਹੀਂ, ਤੇ ਜਿਹੜਾ ਕੋਈ ਉੱਠਦਾ ਸੀ ਉਹ ਇਹ ਹੀ ਕਹਿੰਦਾ ਸੀ ਵੀ ਇਹ ਸਾਡਾ ਕੱਖ ਵੀ ਲੱਖ ਹੀ ਸਮਝੋ ਜੇ, ਤੇ ਇਹ ਕੱਖਾਂ ਦੀ ਪੰਡ ਬਣ ਗਈ, ਤੇ ਤੂੰ 4 ਦਿਨ ਕੱਢ ਤੇ ਤੈਨੂੰ ਪੈਸੇ ਅਸੀਂ ਦਿੰਨੇ ਆ। ਉਸ ਤੋਂ ਬਾਅਦ ਦੁਕਾਨਦਾਰ ਆ ਗਿਆ, ਉਹਨੇ ਕਿਹਾ ਵੀ ਲਿਆਓ ਮਸਾਲਾ ਜਾਤ ਤੇ ਦਾਲ ਜਿਹੜੀ ਲਈ ਸਾਜੀ ਉਹਦੇ ਪੈਸੇ ਦਿਓ। ਉਹਨਾਂ ਕਿਹਾ ਵੀ ਸਾਡੇ ਨਾਲ ਜਿਹੜਾ ਨਾ ਬੜਾ ਮੰਦਾ ਲੱਗਾ, ਸਾਡੇ ਬੰਨੇ ਕੋਈ ਪੈਸਾ ਨਹੀਂ ਹੋਇਆ, ਤੇ ਉਹ ਸਾਰੀ ਗੱਲ ਜਿਹੜੀ ਉਸ ਨੂੰ ਵੀ ਸੁਣਾਈ। ਤੇ ਉਹਨੇ ਕਿਹਾ ਵੀ ਤੁਹਾਡੀ ਵਰਤੋਂ ਜਿਹੜੀ ਇਹ ਆ, ਇਸ ਤਰ੍ਹਾਂ ਦਾ ਤੁਸੀਂ ਲੋਕਾਂ ਨਾਲ ਵਰਤਦੇ ਰਹੇ, ਜਿੱਥੇ ਤੁਸੀਂ ਸ਼ਾਦੀਆਂ ਵਿਆਹਾਂ ਤੇ ਜਾਂਦੇ ਸਾਜੇ ਤੇ ਨਿਮਦਰਾ ਨਹੀਂ ਸਾਜੇ ਪਾਉਂਦੇ, ਤੇ ਚੁੱਪ ਕਰਕੇ ਆ ਜਾਂਦੇ ਸਾਜੇ। ਜਿਸ ਤਰ੍ਹਾਂ ਦਾ ਤੁਸੀਂ ਵਰਤੋਦੇ ਉਸ ਤਰ੍ਹਾਂ ਦਾ ਹੀ ਤੁਹਾਡੇ ਨਾਲ ਕਿਸੇ ਵਰਤਣਾ ਹੈ, ਤੇ ਤੁਸੀਂ ਇਹ ਜਿਹਾ ਗੰਦਾ ਵਰਤਦੇ ਰਹੇ ਵੀ ਤੁਹਾਡੇ ਨਾਲ ਲੋਕ ਜਿਹੜੇ ਨੇ ਇਸ ਤਰ੍ਹਾਂ ਕਰਕੇ ਗਏ ਨੇ। ਲੋ ਜਨਾਬ, ਇਹਦੇ ਨਾਲ ਉਹਨਾਂ ਦੀ ਬੜੀ ਤੋਹੀਨ ਹੋਈ, ਇਨਸਲਟ ਹੋਈ। ਕਦੀ ਕੋਈ ਪੈਸੇ ਲੈਣ ਆ ਜਾਏ, ਕਦੀ ਕੋਈ ਆ ਜਾਏ, ਕਦੀ ਕੋਈ ਆ ਜਾਏ, ਲੇਕਿਨ ਉਹ ਸਾਰਿਆਂ ਨਾਲ ਹੀ ਵਾਅਦੇ ਕਰਦੇ ਜਾਣ। ਇੰਨਾ ਉਹ ਤੰਗ ਹੋ ਗਏ ਵੀ ਉਹਨਾਂ ਨੂੰ ਉਹ ਪਿੰਡ ਛੱਡਣਾ ਪਿਆ, ਤੇ ਉਹ ਕਿਤੇ ਦੂਰ ਚਲੇ ਗਏ ਵੀ ਜਿੱਥੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ। ਗੱਲ ਕਰਨ ਦਾ ਮਕਸਦ ਇਹ ਆ, ਏਡੀ ਲੰਮੀ ਜਿਹੜੀ ਗੱਲ ਤੁਹਾਨੂੰ ਸੁਣਾਈ ਹੈ, ਉਹਦਾ ਕੋਈ ਰਿਜ਼ਲਟ ਵੀ ਤਾਂ ਕੱਢਣਾ ਚਾਹੀਦਾ ਨਾ। ਰਿਜ਼ਲਟ ਇਹ ਆ ਵੀ ਕਿਸੇ ਬੰਨੇ ਵੇਖ ਕੇ ਤੇ ਆਪ ਵੀ ਉਵੇਂ ਕਰਨ ਨਹੀਂ ਲੱਗ ਪਈਦਾ। ਉਹ ਜਿੱਥੇ 5-5 ਹਜ਼ਾਰ, 10-10 ਹਜ਼ਾਰ ਤੇ 20-20 ਹਜ਼ਾਰ ਨਿਮਦਰਾ ਪੈਂਦਾ ਸੀ ਪਿਆ, ਉਹਨਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ, ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਇੰਨਾ ਨਿਮਦਰਾ ਪਾਇਆ ਸੀ। ਇਹਨਾਂ ਨੇ ਉਹਨਾਂ ਨੂੰ ਵੇਖ ਕੇ ਤੇ ਆਪਣੇ ਘਰ ਵਿਆਹ ਰਚਾ ਲਿਆ, ਤੇ ਇਹ 500 ਤੋਂ ਬਾਅਦ ਤਾਂ ਨਿਮਦਰਾ ਕਿਤੇ ਪਾਉਂਦੇ ਹੀ ਨਹੀਂ ਸੀ। ਤੇ 500 ਨਿਮਦਰਾ ਪਾਉਣਾ ਹੈ ਤੇ 2200 ਖਾਣਾ ਖਾਣਾ ਹੈ, ਤੇ ਇਹਨਾਂ ਮੰਨੇ ਕੋਈ ਕੀ ਵਰਤ ਕੇ ਜਾਇਆ। ਦੂਸਰੀ ਇਹ ਗੱਲ ਸੀ ਵੀ ਅਗਰ ਤੁਸੀਂ ਵਿਆਹ ਰਚਾ ਲਿਆ ਤੇ ਤੁਸੀਂ
ਇੰਨੀ ਲੰਮੀ ਬਰਾਦਰੀ ਬੁਲਾ ਲਈ ਤੇ ਤੁਸੀਂ ਉਹਨਾਂ ਨੂੰ ਦਾਲ ਜਿਹੜੇ ਉਹ ਖਵਾਉਂਦੇ ਜੇ ਪਏ ਤੇ ਨਾਲ ਉਹਨਾਂ ਨੂੰ ਕਹਿ ਰਹੇ ਜੇ ਵੀ ਇਹ ਸਾਡੀ ਦਾਲ ਵੀ ਗੋਸ਼ਤ ਹੀ ਸਮਝਿਆ ਜੇ। ਲਿਹਾਜ਼ਾ ਇਹ ਆ ਵੀ ਆਪਣੇ ਭੌਂ ਜਿਹੜੇ ਨੇ ਓਨੇ ਖਿਲਾਰਨੇ ਚਾਹੀਦੇ ਨੇ ਜਿੰਨੀ ਚਾਦਰ ਦੀ ਚੜਾਈ ਹੋਵੇ। ਤੇ ਇੱਕ ਗੱਲ ਜਿਹੜੀ ਨਾ ਉਹ ਜ਼ਰੂਰੀ ਮੈਂ ਤੁਹਾਡੇ ਗੋਸ਼ ਗੁਜ਼ਾਰ ਕਰਨਾ ਚਾਹਣਾ ਵੀ ਇਹ ਜਿਹੜਾ ਨਿੰਦਰੇ ਵਾਲਾ ਕੰਮ ਹੈ ਨਾ ਸ਼ਾਦੀਆਂ ਤੇ, ਇਹਦਾ ਸ਼ਰੀਅਤ ਨਾਲ ਕੋਈ ਤਲਕ ਨਹੀਂ ਜੇਗਾ। ਸਹੀ ਦਾਵਤ ਉਹ ਹੁੰਦੀ ਏ ਵੀ ਤੁਸੀਂ ਆਪਣੇ ਘਰ ਮਹਿਮਾਨਾਂ ਨੂੰ ਸੱਦੋ ਤੇ ਮਹਿਮਾਨ ਖਾਣਾ ਖਾ ਲਵਣ ਤੇ ਉਹਨਾਂ ਕੋਲੋਂ ਰੁਪਈਆ ਇੱਕ ਨਾ ਲਵੋ। ਇਸ ਵਲੀਮੇ ਦਾ ਤੁਹਾਨੂੰ ਸਵਾਬ ਮਿਲੇਗਾ ਤੇ ਜਿਹੜਾ ਤੁਸੀਂ ਨਿਮਦਰਾ ਇਕੱਠਾ ਕਰਦੇ ਜੇ ਇਹ ਨਿਰੀ ਜ਼ਲਾਲਤ ਜੇ। ਅੱਲਾ ਦੀ ਵੀ ਨਾਰਾਜ਼ਗੀ, ਅੱਲਾ ਦੇ ਹਬੀਬ ਦੀ ਵੀ ਨਾਰਾਜ਼ਗੀ ਤੇ ਲੋਕ ਜਿਹੜੇ ਨੇ ਤੁਹਾਡੇ ਵੱਲ ਨਿਮਦਰਾ ਪਾ ਕੇ ਲਗੇ ਜਾਂਦੇ ਨੇ ਉਹਨਾਂ ਦੀ ਵੀ ਖੁਸ਼ੀ ਨਹੀਂ ਹੁੰਦੀ। ਤੇ ਕਿਸੇ ਬੰਨੇ ਵੇਖ ਕੇ ਇਹ ਨਹੀਂ ਵੇਖਣਾ ਚਾਹੀਦਾ ਵੀ ਦੂਸਰਾ ਬੰਦਾ ਜਿਹੜਾ ਹੈ ਉਹ ਗੱਡੀ ਲੈ ਕੇ ਲਗਾ ਜਾਂਦਾ ਤੇ ਮੈਂ ਅਗਰ ਗੱਡੀ ਨਹੀਂ ਲੈ ਸਕਦਾ ਮੈਂ ਮੋਟਰਸਾਈਕਲ ਤੇ ਚਲਾ ਜਾ, ਅਗਰ ਉਹਨੂੰ ਵੇਖ ਕੇ ਮੈਂ ਵੀ ਕਿਸ਼ਤਾਂ ਤੇ ਜਾ ਕੇ ਗੱਡੀ ਲੈ ਲਾਂ ਤੰਗ ਹੋਵਾਂਗਾ। ਇਵੇਂ ਕੁਝ ਬੀਬੀਆਂ ਜਿਹੜੀਆਂ ਨੇ ਉਹ ਵੇਖਦੀਆਂ ਨੇ ਵੀ ਜਿਹੜੀ ਨਾਲ ਦੀ ਹਮਸਾਈ ਏ ਉਹ ਤੇ ਬੱਚੇ ਵੱਡੇ ਹੋ ਗਏ ਨੇ ਤੇ ਉਹਨੇ ਅੱਛੇ ਸਕੂਲਾਂ ਦੇ ਵਿੱਚ ਦਾਖਲ ਕਰਵਾਈ ਤੇ ਨੇ ਜਿੱਥੇ 3-3 ਹਜ਼ਾਰ ਰੁਪਏ ਬੱਚੇ ਦੀ ਫੀਸ ਹੈ। ਇਹ ਵੀ ਜਲਦੀ ਜਿਹੜਾ ਨਾ ਆਪਣੇ ਬੱਚੇ ਉਸੇ ਸਕੂਲ ਦੇ ਵਿੱਚ ਦਾਖਲ ਕਰਵਾ ਕੇ ਆਂਦੀ ਹੈ ਵੀ ਮੈਨੂੰ ਮੇਰੀ ਹਮਸਾਈ ਇਹ ਨਾ ਆਖੇ ਵੀ ਤੇਰੇ ਬੱਚੇ ਛੋਟੇ ਸਕੂਲ 'ਚ ਪੜ੍ਹਦੇ ਨੇ। ਲੇਕਿਨ ਵੇਖਣਾ ਤਾਂ ਇਹ ਚਾਹੀਦਾ ਵੀ ਮੇਰਾ ਬੰਦਾ ਮਹੀਨੇ ਦਾ 20,000 ਰੁਪਇਆ ਕਮਾਉਂਦਾ ਹੈ ਤੇ ਮੈਂ 20,000 ਦੇ ਵਿੱਚ ਆਪਣਾ ਗੁਜ਼ਾਰਾ ਕਰਨਾ ਹੈ। ਇੱਕ ਆਦਮੀ ਮਹੀਨੇ ਦਾ ਲੱਖ ਰੁਪਇਆ ਕਮਾਉਂਦਾ ਹੈ, ਇੱਕ ਆਦਮੀ 2 ਲੱਖ ਕਮਾਉਂਦਾ ਹੈ, ਉਸ ਹਿਸਾਬ ਨਾਲ ਉਹਨੇ ਆਪਣੇ ਖਰਚੇ ਕਰਨੇ ਹੁੰਦੇ ਨੇ। ਲਿਹਾਜ਼ਾ ਕਿਸੇ ਨੂੰ ਵੇਖ ਕੇ ਆਪਣਾ ਆਪ ਤੰਗ ਨਹੀਂ ਕਰ ਲੈਣਾ ਹੁੰਦਾ। ਆ ਜਿਹੜੇ ਅਖਰਾਜਾਤ ਅਸੀਂ ਇਸ ਤਰ੍ਹਾਂ ਹੀ ਵਧਾਏ ਨੇ ਇਹ ਇਵੇਂ ਹੀ ਵੱਧ ਗਏ। ਅਗਰ ਮੈਂ ਰੋਜ਼ਾਨਾ ਗੋਸ਼ਤ ਨਹੀਂ ਖਾ ਸਕਦਾ ਤੇ ਮੈਨੂੰ ਇਹ ਚਾਹੀਦਾ ਨਾ ਹਫ਼ਤੇ ਬਾਅਦ ਇੱਕ ਦਫਾ ਲੈ ਆਵਾਂ ਗੋਸ਼ਤ। ਮੈਂ ਹਫ਼ਤੇ ਬਾਅਦ ਵੀ ਨਹੀਂ ਲਿਆ ਸਕਦਾ ਤੇ ਮੈਂ ਆਪਣੇ ਹਮਸਾਏ ਨੂੰ ਵੇਖ ਕੇ ਤੰਗ ਨਹੀਂ ਹੋਣਾ, ਮੈਂ ਮਹੀਨੇ ਬਾਅਦ ਇੱਕ ਦਫਾ ਗੋਸ਼ਤ ਖਾ ਲਵਾਂ। ਇਸ ਤਰ੍ਹਾਂ ਆਪਣੇ ਸਾਰੇ ਅਖਰਾਜਾਤ ਅਸੀਂ ਮੈਨੇਜਮੈਂਟ ਕਰ ਸਕਦੇ ਹਾਂ ਤੇ ਦੂਸਰੇ ਬੰਦੇ ਨੂੰ ਵੇਖ ਕੇ ਤੇ ਆਪਣੇ ਆਪ ਨੂੰ ਤੰਗ ਨਹੀਂ ਕਰਨਾ। ਇਹ ਮੈਂ ਬੀਬੀਆਂ ਅੱਗੇ ਵੀ ਗੁਜ਼ਾਰਿਸ਼ ਕਰਾਂਗਾ ਤੇ ਭਾਈਆਂ ਅੱਗੇ ਵੀ ਕਰਾਂਗਾ। अस्सलाम वालेकुम वरहमतुल्लाह।